ਸਮੇਂ ਦੇ ਸਹੀ ਮੰਨ ਲੈਂਦੇ ਹਨ। ਕਹਿੰਦੇ ਦੁਨਿਆਵੀ ਪਦਾਰਥ ਸਾਰੇ ਹੋਣ, ਸਵਰਗ ਦੇ ਵਿੱਚ ਸਹੂਲਤਾਂ ਜੋ ਮੰਨੀਆਂ ਜਾਂਦੀਆਂ ਹਨ ਕਿ ਪਾਰਜਾਤ ਰੁੱਖ ਹੈ, ਉੱਥੇ ਕਿਸੇ ਚੀਜ਼ ਦੀ ਘਾਟ ਨਹੀਂ, ਅੰਮ੍ਰਿਤ ਹੈ, ਹੋਰ ਵੀ ਬਹੁਤ ਸਾਰੀਆਂ ਗੱਲਾਂ ਹਨ ਸਵਰਗ ਦੀਆਂ ਜਿਨ੍ਹਾਂ ਦੇ ਅਸੀਂ ਵਿਚਾਰ ਕਰਦੇ ਰਹਿੰਦੇ ਹਾਂ। ਤੇ ਉਹੋ ਜਿਹੇ ਸੁੱਖ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਲਿਖਦੇ ਹਨ, ਮਾਤੇ ਮਤੰਗ ਜਰੇ ਜਲ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਪਲੀਬਤ ਨਿਆਵਤ ਸੀਸ ਨ ਜਾਤ ਵਿਚਾਰੇ ਇਤੇ ਭਏ ਤੋ ਕਹਾਂ ਪਏ ਭੂਪਤ ਅੰਤ ਕੋ ਨਾਗੇ ਹੀ ਪਾਏ ਪਧਾਰੇ। ਕਿ ਭਾਵੇਂ ਮਸਤੇ ਹੋਏ ਹਾਥੀ ਹੋਣ ਮਨੁੱਖ ਦੇ ਕੋਲੇ ਤੇ ਕਹਿੰਦੇ ਘੋੜੇ ਇਹੋ ਜਿਹੇ ਹੋਣ, ਕਹਿੰਦੇ ਹਿਰਨਾਂ ਤੋਂ ਵੀ ਤੇਜ਼ ਦੌੜਦੇ ਹੋਣ, ਬੜੀ ਦੁਨੀਆ ਦੇ ਰਾਜੇ ਹੋਣ ਤੇ ਵੱਡੇ ਵੱਡੇ ਰਾਜੇ ਆ ਕੇ ਸਾਰੇ ਸੀਸ ਝੁਕਾਉਂਦੇ ਹੋਣ, ਅਸੀਂ ਕਹਿ ਲਈਏ ਕਿ ਪ੍ਰਧਾਨ ਮੰਤਰੀ ਦੇ ਥੱਲੇ ਸਾਰੇ ਮੁੱਖ ਮੰਤਰੀ ਹੁੰਦੇ ਹਨ, ਕਹਿੰਦੇ ਸਭ ਤੋਂ ਵੱਡਾ ਰਾਜਾ ਹੋਵੇ ਮਨੁੱਖ ਤੇ ਕਹਿੰਦੇ ਇੰਨਾ ਕੁਝ ਹੋਣ ਤੋਂ ਬਾਅਦ ਵੀ ਕਹਿੰਦੇ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਇੱਥੇ ਪਏ ਤੋਂ ਕਹਾਂ ਪਏ ਭੂਪਤ। ਇੰਨਾ ਕੁਝ ਹੋਣ ਦੇ ਬਾਵਜੂਦ ਕਹਿੰਦੇ ਨੰਗੇ ਪੈਰੀ ਇਸ ਸੰਸਾਰ ਤੋਂ ਜਾਣਾ ਪੈਂਦਾ ਹੈ। ਸਿਕੰਦਰ ਵਰਗੇ ਕਹਿੰਦੇ ਜਿਹੜੇ ਦੁਨੀਆ ਨੂੰ ਜਿੱਤਣ ਦਾ ਦਾਅਵਾ ਕਰਦੇ ਸਨ, ਉਹ ਵੀ ਖਾਲੀ ਹੱਥ ਨੰਗੇ ਪੈਰੀ ਸੰਸਾਰ ਤੋਂ ਗਏ। ਜਦੋਂ ਮਨੁੱਖ ਮਰਦਾ ਹੈ, ਇਸ ਸਰੀਰ ਨੂੰ ਛੱਡ ਕੇ ਜਾਂਦਾ ਹੈ ਤੇ ਜਦੋਂ ਅਸੀਂ ਉਸ ਦੀ ਕਿਰਿਆ ਕਰਮ ਆਦਿ ਕਰਦੇ ਹਾਂ, ਉਸ ਨੂੰ ਕੱਪੜੇ ਨਵੇਂ ਪਵਾਏ ਜਾਂਦੇ ਹਨ ਤੇ ਕੱਪੜੇ ਵੀ ਉਸ ਨੂੰ ਬੇਢੰਗੇ ਜਿਹੇ ਹੀ ਉਸੇ ਟਾਈਮ ਜੋ ਬਣ ਗਿਆ ਜਿਸ ਤਰ੍ਹਾਂ ਦਾ ਠੀਕ ਹੈ, ਤੇ ਪੈਰਾਂ 'ਚ ਜੋੜਾ ਨਹੀਂ ਪਵਾਇਆ ਜਾਂਦਾ, ਪੈਰਾਂ 'ਚ ਜੋੜਾ ਨਹੀਂ ਪਵਾਇਆ ਜਾਂਦਾ, ਭਾਵ ਕਿ ਪਤਾ ਲੱਗੇ ਕਿ ਮਨੁੱਖ ਸੰਸਾਰ ਤੋਂ ਖਾਲੀ ਹੱਥ ਨੰਗੇ ਪੈਰੀ ਜਾਂਦਾ ਹੈ। ਸੋ ਇਹੋ ਜਿਹੀ ਗੁਰੂ ਸਾਹਿਬ ਜੀ ਨੇ ਸਾਨੂੰ ਵਾਰ-ਵਾਰ ਜੀਵਨ ਜਾਚ ਦਿੱਤੀ ਹੈ ਬਾਣੀ ਦੇ ਵਿੱਚ ਕਿ ਸਾਨੂੰ ਕਿਤੇ ਨਾ ਕਿਤੇ ਸਮਝ ਆ ਜਾਵੇ ਕਿ ਨਾਂਗੇ ਪਾਉ ਤੇ ਗਏ ਜਿਨਕੇ ਲੱਖ ਕਰੋੜ, ਕਹਿੰਦੇ ਜਿਨ੍ਹਾਂ ਦੇ ਘਰੇ ਲੱਖਾਂ ਕਰੋੜਾਂ ਸੀ, ਕਹਿੰਦੇ ਉਹ ਵੀ ਨੰਗੇ ਪੈਰੀ ਗਏ। ਬਸੰਤ ਸਵਰਗ ਲੋਕ ਹੈ, ਕਹਿੰਦੇ ਭਾਵੇਂ ਸਵਰਗ ਵਰਗੇ ਲੋਕਾਂ ਦੇ ਵਿੱਚ ਕਹਿੰਦੇ ਰੋ ਲੋਕ ਰਾਜ ਕਰਦੇ ਹੋਣ ਤੇ ਇੱਥੇ ਹੀ ਬਸਨੇ ਜਿੱਤ ਤੇ ਪ੍ਰਿਥਵੀ ਨਵ ਖੰਡਣਾ ਹੈ, ਕਹਿੰਦੇ ਧਰਤੀ ਦੇ ਸਾਰੇ ਹਿੱਸਿਆਂ ਨੂੰ ਜਿੱਤ ਲੈਣ, ਭਾਵ ਕਿ ਸਾਰੀ ਸ੍ਰਿਸ਼ਟੀ ਨੂੰ, ਸਾਰੀ ਧਰਤੀ ਨੂੰ ਸਵਰਗ ਵਰਗੇ ਰਾਜ ਤੱਕ ਕਹਿੰਦੇ ਉਹ ਪ੍ਰਾਪਤ ਕਰ ਲੈਣ। ਅਸੀਂ ਦੇਖਿਆ ਹੀ ਹੈ ਕਿ ਹਰਨਾਕਸ਼ ਵਰਗੇ ਅਸੀਂ ਸੁਣਦੇ ਹਾਂ ਸਾਖੀਆਂ ਕਿ ਉਹਨਾਂ ਨੇ ਵੀ ਆਪਣੇ ਆਪ ਨੂੰ ਸਮਝਿਆ ਕਿ ਅਸੀਂ ਰੱਬ ਦੀ ਬਰਾਬਰੀ ਕਰ ਲਵਾਂਗੇ, ਰੱਬ ਦੇ ਸ਼ਰੀਕ ਬਣ ਜਾਵਾਂਗੇ, ਪਰ ਕਹਿੰਦੇ ਅਖੀਰ ਤੇ ਉਹਨਾਂ ਦਾ ਕਹਿੰਦੇ ਨੁਕਸਾਨ ਹੋਇਆ, ਉਹਨਾਂ ਨੂੰ ਮੂੰਹ ਦੀ ਖਾਣੀ ਪਈ। ਰੱਬ ਸਭ ਤੋਂ ਵੱਡਾ ਹੈ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਤਿਸ ਨਾਲ ਸਿਆਣਪ ਨਾ ਚੱਲੇ ਨਾ ਹੁਜਤ ਕਰਨੀ ਜਾਏ। ਕਹਿੰਦੇ ਸੰਸਾਰੀ ਜੀਵ ਸੰਸਾਰ ਦੀ ਪ੍ਰਾਪਤੀ ਕਰਦੇ ਹਨ ਪਰ ਨਿਰੰਕਾਰ ਨੂੰ ਭੁੱਲ ਜਾਂਦੇ ਹਨ। ਬਿਸਰੰਤ ਹਰ ਗੋਪਾਲ ਹੈ, ਕਹਿੰਦੇ ਹਰ ਗੋਪਾਲ ਨੂੰ, ਉਸ ਹਰੀ ਨੂੰ ਜੋ ਘਟ ਘਟ ਦੇ ਵਿੱਚ ਵਸਦਾ ਹੈ, ਗੋਪਾਲ ਜੋ ਧਰਤੀ ਨੂੰ ਪਾਲਣ ਵਾਲਾ ਹੈ, ਧਰਤੀ ਤੇ ਜਿੰਨੇ ਵੀ ਜੀਵ ਹਨ ਕਹਿੰਦੇ ਸਾਰਿਆਂ ਦੀ ਪਾਲਣਾ ਉਹ ਆਪ ਕਰਦਾ ਹੈ। ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ, ਕਹਿੰਦੇ ਜਿੰਨੇ ਮਰਜ਼ੀ ਸੁੱਖ ਸਹੂਲਤਾਂ ਦੇ ਵਿੱਚ ਰਹਿੰਦੇ ਹੋਣ ਪਰ ਜੇ ਰੱਬ ਯਾਦ ਨਹੀਂ ਤੇ ਕਹਿੰਦੇ ਉਹ ਪ੍ਰਾਣੀ, ਉਹ ਜਿਨ੍ਹਾਂ ਦੇ ਵਿੱਚ ਜਿੰਦ ਹੈ, ਦੇਖਣ ਨੂੰ ਜਿੰਦ ਵਾਲੇ ਲੱਗਦੇ ਹਨ, ਕਹਿੰਦੇ ਮੂਹਾ ਜਿਵੰਦਾ ਪੇਖ ਜੀਵੰਦੇ ਮਰ ਜਾਣ, ਕਹਿੰਦੇ ਮਰੇ ਉਹ ਹਨ ਜਿਨ੍ਹਾਂ ਦਾ ਆਤਮਿਕ ਜੀਵਨ ਲੁੱਟਿਆ ਜਾ ਚੁੱਕਿਆ ਹੈ, ਜਿਨ੍ਹਾਂ ਦੀ ਆਤਮਾ ਮਰੀ ਹੈ, ਜ਼ਮੀਰ ਮਰਿਆ ਹੈ। ਜਿਉਂਦੇ ਉਹ ਹਨ ਜਿਨ੍ਹਾਂ ਦੀ ਜ਼ਮੀਰ ਜਿਉਂਦੀ ਹੈ, ਉਹ ਮਰ ਕੇ ਵੀ ਜਿਉਂਦੇ ਹਨ, ਉਹਨਾਂ ਨੂੰ ਮਰਨ ਤੋਂ ਬਾਅਦ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ, ਉਹਨਾਂ ਦੇ ਜੀਵਨ ਤੋਂ ਸੇਧ ਲਈ ਜਾਂਦੀ ਹੈ, ਉਹ ਸਦਾ ਜਿਉਂਦੇ ਹਨ। ਉਦਿਆਨ ਭਰਮਣਾ ਹੈ। ਤੇ ਗੁਰੂ ਸਾਹਿਬ ਜੀ ਆਖਦੇ ਹਨ ਕਿ ਜਿਹੜੇ ਇੱਥੇ ਸੰਸਾਰ ਦੇ ਵਿੱਚ ਸੁੱਖਾਂ ਦੇ ਵਿੱਚ ਰਹਿੰਦੇ ਹਨ, ਕਹਿੰਦੇ ਉਹ ਮਾਨੋ ਜੰਗਲ ਦੇ ਵਿੱਚ ਰਹਿ ਰਹੇ ਹਨ, ਜੰਗਲ ਦੇ ਵਿੱਚ ਰਹਿ ਰਹੇ ਹਨ ਪਰ ਲੱਗਦਾ ਹੈ ਉਹਨਾਂ ਨੂੰ ਕਿ ਅਸੀਂ ਬੜੇ ਹੀ ਸੁੱਖਾਂ ਦੇ ਵਿੱਚ ਹਾਂ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਇਸ ਤਰ੍ਹਾਂ ਆਖਿਆ ਹੈ ਜਦੋਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਜਾਂਦੇ ਹਨ ਕਿ ਤੁਧ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ, ਕਿ ਜਿੱਥੇ ਪਰਮਾਤਮਾ ਦੀ ਯਾਦ ਨਹੀਂ ਕਹਿੰਦੇ ਉਹ ਬੜੇ ਮਹਿਲਾਂ ਮਾੜੀਆਂ ਦੇ ਵਿੱਚ ਰਹਿੰਦਾ ਹੈ
ਤੇ ਬੜੇ ਹੀ ਉਹਦੇ ਕੋਲ ਸੁੱਖ ਸਾਧਨ ਹਨ। ਰਜਾਈਆਂ ਦੇ ਕਹਿੰਦੇ ਚੰਗੇ ਲਿਫਨ ਉਹ ਲੈਂਦਾ ਹੈ, ਕਹਿੰਦੇ ਚੰਗੀਆਂ ਰਜਾਈਆਂ ਆਦਿਕ ਲੈਂਦਾ ਹੈ। ਪਰ ਤੁਧ ਬਿਨ, हे ਪਰਮਾਤਮਾ ਤੁਹਾਡੇ ਤੋਂ ਬਿਨਾਂ ਹੈ, ਤੁਹਾਡੀ ਯਾਦ ਉਹਦੇ ਹਿਰਦੇ ਦੇ ਵਿੱਚ ਨਹੀਂ। ਤੇ ਕਹਿੰਦੇ ਉਹ ਕਿਵੇਂ ਹੈ? ਰਜਾਈਆਂ ਦਾ ਉੱਡਣ, ਕਹਿੰਦੇ ਨਾਗ ਨਿਵਾਸਾਂ ਦੇ ਰਹਿਣਾ। ਤੁਧ ਬਿਨ ਰੋਗ, ਕਹਿੰਦੇ ਰੋਗ ਹੈ, ਰਜਾਈਆਂ ਰੋਗ ਹਨ। ਤੇ ਉਹ ਘਰ ਜਿਨ੍ਹਾਂ ਦੇ ਵਿੱਚ ਕਹਿੰਦੇ ਸੋਹਣੇ ਵਸੇਬਿਆਂ ਦੇ ਵਿੱਚ ਰਹਿੰਦਾ ਹੈ, ਕਹਿੰਦੇ ਉਹ ਨਾਗਾਂ ਦੇ ਵਿੱਚ ਰਹਿਣ ਦੇ ਬਰਾਬਰ ਹੈ ਕਿ ਆਸੇ ਪਾਸੇ ਨਾਗ ਹੀ ਨਾਗ ਹਨ, ਸੱਪ ਹੀ ਸੱਪ ਹਨ। ਜ਼ਹਿਰ ਦੇ ਵਿੱਚ ਮਨੁੱਖ ਰਹਿ ਰਿਹਾ ਹੈ ਜੇ ਯਾਦ ਨਹੀਂ। ਯਾਦ ਹੈ ਤੇ ਹਰ ਵੇਲੇ ਕਹਿੰਦੇ ਰੱਬ ਦੇ ਨਾਮ ਦੇ ਵਿੱਚ ਕਹਿੰਦੇ ਉੱਥੇ ਅੰਮ੍ਰਿਤ ਹੈ, ਕਿਉਂਕਿ ਅੰਮ੍ਰਿਤ ਉਹਦੇ ਅੰਦਰ ਵਰਸ ਰਿਹਾ ਹੈ। ਕਹਿੰਦੇ ਜਿਹੜੇ ਭੁੱਲ ਜਾਂਦੇ ਹਨ, ਕਹਿੰਦੇ ਉਹ ਭਾਵੇਂ ਸ੍ਰਿਸ਼ਟੀ ਦੇ ਰਾਜ ਕਰਨ ਤੇ ਭਾਵੇਂ ਸਵਰਗ ਦੇ ਰਾਜ ਕਰਨ, ਪਰ ਉਹ ਇੰਝ ਹਨ ਜਿਵੇਂ ਜੰਗਲ ਦੇ ਵਿੱਚ ਰਹਿ ਰਹੇ ਹਨ। ਜੰਗਲ ਦੇ ਵਿੱਚ ਰਹਿ ਰਹੇ ਹਨ, ਘਿਰੇ ਹਨ ਰੁੱਖਾਂ ਦੇ ਨਾਲ, ਰਸਤਾ ਲੱਭ ਨਹੀਂ ਰਿਹਾ। ਤੇ ਕਹਿੰਦੇ ਉਹ ਰਸਤਾ ਲੱਭਦਾ ਨਹੀਂ ਤੇ ਹੁਣ ਔਖੇ ਹਨ, ਤੇ ਫਿਰ ਉਹਨਾਂ ਨੂੰ ਸਮਝ ਵੀ ਨਹੀਂ ਆਉਂਦੀ, ਬਸ ਉੱਥੇ ਹੀ ਗਵਾਚੇ ਹੋਏ ਮਾਇਆ ਦੇ ਵਿੱਚ ਮਸਤ ਹਨ। ਕਹਿੰਦੇ ਰਾਜ ਭੁਯੰਗ ਪ੍ਰਸੰਗ ਜੈਸੇ ਹੈ। ਤੇ ਭਗਤ ਰਵਿਦਾਸ ਜੀ ਨੇ ਤਾਂ ਕਹਿ ਦਿੱਤਾ ਕਿ ਅਬ ਕਛ ਮਰਮ ਜਨਾਇਆ, ਸਾਡੇ ਲਈ ਰਾਜ ਭੁਯੰਗ ਪ੍ਰਸੰਗ ਹੈ ਸੇ ਹੈ, ਅਸੀਂ ਉੱਥੇ ਖੜੇ ਹਾਂ। ਪਰ ਜਿਹੜੇ ਭਗਤ ਜਨ ਹਨ ਉਹ ਕਹਿੰਦੇ ਹਨ ਕਿ ਅਬ ਕਛ ਮਰਮ ਜਨਾਇਆ, ਕਿ ਹੁਣ ਰੱਬ ਨੇ ਕੁਝ ਭੇਦ ਦੇ ਦਿੱਤਾ, ਸਮਝ ਦੇ ਦਿੱਤੀ। ਇਹੋ ਸਮਝ ਸ਼ਬਦ ਦੇ ਵਿੱਚ ਅੱਜ ਦੇ ਰਹੇ ਹਨ। ਕੌਤਕ ਕੋੜ ਤਮਾਸ਼ਿਆਂ ਚਿੱਤ ਨਾ ਆਵਸ ਨਾਉ। ਕੌਤਕ ਹਨ ਜਿੰਨੇ ਵੀ ਅਸੀਂ ਦੁਨੀਆ ਦੇ ਵਿੱਚ ਰੰਗ ਤਮਾਸ਼ੇ ਮਾਣਦੇ ਹਾਂ, ਜਿੰਨੀਆਂ ਵੀ ਖੁਸ਼ੀਆਂ ਮਾਣਦੇ ਹਾਂ, ਅਸੀਂ ਸਮਝਦੇ ਹਾਂ ਕਿ ਇਸ ਦੇ ਵਿੱਚ ਖੁਸ਼ੀ ਹੈ, ਇਸ ਚੀਜ਼ ਦੇ ਵਿੱਚ ਸੁੱਖ ਹੈ। ਕਹਿੰਦੇ ਜਿੰਨੇ ਵੀ ਇਹ ਤਮਾਸ਼ੇ ਹਨ, ਚਿੱਤ ਨਾ ਆਵਸ ਨਾਉ। ਤੇ ਇਹ ਤਮਾਸ਼ੇ, ਇਹ ਰੰਗ ਰਲੀਆਂ ਸਾਨੂੰ ਜੇ ਨਾਮ ਨੂੰ ਚਿੱਤ ਦੇ ਵਿੱਚੋਂ, ਸਾਡੇ ਚਿੱਤ ਦੇ ਵਿੱਚੋਂ ਨਾਮ ਨੂੰ ਭੁਲਾ ਦਿੰਦੀਆਂ ਹਨ। ਇਹ ਸੁੱਖ ਨਾਮ ਨੂੰ ਪਰੇ ਕਰ ਦਿੰਦੇ ਹਨ। ਅਸੀਂ ਜਿਸ ਨੂੰ ਕਹਿੰਦੇ ਹਾਂ ਕਿ ਸੁੱਖ ਦੇ ਵਿੱਚ ਅਸੀਂ ਭੁੱਲ ਜਾਂਦੇ। ਪਿਆਰੇ ਪਰਮਾਤਮਾ ਜੀ ਤੋਂ ਜਿਹੜੇ ਕਹਿੰਦੇ ਵਿਛੋੜਾ ਹੈ, ਕਹਿੰਦੇ ਇਹ ਸਭ ਤੋਂ ਵੱਡਾ ਦੁੱਖ ਹੈ। ਤੇ ਅਸੀਂ ਜੇ ਉਸ ਨੂੰ ਆਖਦੇ ਕਿ ਹੇ ਦਾਦਾ ਜੀਓ, ਇਹ ਵਿਛੋੜਾ ਸਹਿਆ ਨਾ ਜਾਏ। ਕਹਿੰਦੇ ਇਹ ਜੋ ਪਿਆਰੇ ਪਰਮਾਤਮਾ ਜੀ ਤੁਹਾਡੇ ਤੋਂ ਅਸੀਂ ਵਿਛੜ ਗਏ ਹਾਂ, ਇਹ ਜਦੋਂ ਵਿਛੋੜਾ ਸਾਨੂੰ ਪਤਾ ਲੱਗ ਜਾਵੇ ਕਿ ਹੁਣ ਇਹ ਸਹਿਆ ਨਹੀਂ ਜਾ ਸਕਦਾ, ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ, ਕਿ ਮੈਂ ਗੁਰੂ ਦਾ ਦਰਸ਼ਨ ਜੇ ਨਹੀਂ ਕੀਤਾ ਤੇ ਕਹਿੰਦੇ ਫਿਰ ਮੈਨੂੰ ਨੀਂਦ ਨਾ ਆਵੇ। ਇਹ ਸਾਡੀ ਜੀਵਨ ਦੀ ਹਾਲਤ ਹੋਣੀ ਚਾਹੀਦੀ ਹੈ। ਗੁਰੂ ਸਾਹਿਬ ਇੱਥੇ ਕਹਿ ਰਹੇ ਹਨ ਕਿ ਕੌਤਕ ਕੋੜ ਤਮਾਸ਼ਿਆਂ ਚਿੱਤ ਨਾ ਆਵਸ ਨਾਉ। ਜਦ ਕਿ ਇਹ ਜੋ ਕੌਤਕ ਕੋੜ ਤਮਾਸ਼ੇ ਹਨ, ਇਹ ਸਾਨੂੰ ਗੂੜੀ ਨੀਂਦ ਦੇ ਵਿੱਚ ਇੰਨਾ ਕੁ ਸਵਾ ਦਿੰਦੇ ਹਨ ਕਿ ਨਾਮ ਚੇਤੇ ਹੀ ਨਹੀਂ ਆਉਂਦਾ। ਅਸੀਂ ਜਾਗਣਾ ਭੁੱਲ ਹੀ ਜਾਂਦੇ ਹਾਂ, ਸੁੱਤੇ ਹੀ ਰਹਿ ਜਾਂਦੇ ਹਾਂ, ਸੁੱਤੇ ਸੁੱਤੇ ਹੀ ਜੀਵਨ ਬਤੀਤ ਕਰ ਰਹੇ ਹਾਂ, ਮਰੇ ਮਰੇ ਹੀ ਜੀਵਨ ਬਤੀਤ ਕਰ ਰਹੇ ਹਾਂ। ਨਾਨਕ ਉਹਨੂੰ ਕੀ ਆਖਿਆ? ਕੋੜੀ। ਨਾਨਕ ਜੀ ਇੱਥੇ ਪੰਜਵੇਂ ਨਾਨਕ ਆਖ ਰਹੇ ਹਨ ਕੋੜੀ, ਉਹ ਮਨੁੱਖ ਕੋੜੀ ਹੈ, ਨਰਕ ਬਰਾਬਰੇ। ਪਹਿਲਾਂ ਬਸੰਤ ਸਵਰਗ ਲੋਕ ਆਖਿਆ ਤੇ ਹੁਣ ਕੀ ਕਹਿੰਦੇ ਹਨ ਦੂਜੇ ਸ਼ਲੋਕ ਦੇ ਵਿੱਚ? ਨਰਕ ਬਰਾਬਰੇ। ਇੱਥੇ ਜਿੱਥੇ 1 ਅੰਕ ਤੇ 2 ਅੰਕ ਲਿਖਿਆ ਹੈ, ਭਾਵ ਕਿ ਦੂਜਾ ਸ਼ਲੋਕ ਹੈ। ਭਾਵੇਂ ਸ਼ਲੋਕ ਉੱਤੇ ਅੰਕਿਤ ਨਹੀਂ ਕੀਤਾ ਸ਼ਬਦ, ਪਰ ਦੂਜਾ ਸ਼ਲੋਕ ਹੈ। ਕੋੜੀ, ਉਹ ਮਨੁੱਖ ਕੋੜੀ ਹੈ ਤੇ ਨਰਕ ਦੇ ਵਿੱਚ ਉਹ ਰਹਿ ਰਿਹਾ ਹੈ। ਨਰਕ ਬਰਾਬਰੇ, ਉਹਦਾ ਜੀਵਨ ਨਰਕ ਦੇ ਬਰਾਬਰ ਹੈ। ਭਾਵੇਂ ਦੁਨੀਆ ਵਿੱਚ ਦੇਖਣ ਨੂੰ ਲੱਗਦਾ ਹੋਵੇ ਕਿ ਬੜਾ ਹੀ ਸੁਖੀ ਹੈ। ਉੱਜੜ ਸੋਈ ਥਾਂ, ਪਹਿਲਾਂ ਉਸ ਨੂੰ ਜੰਗਲ ਕਹਿ ਦਿੱਤਾ, ਉਦਿਆਨ, ਤੇ ਹੁਣ ਇੱਥੇ ਉੱਜੜ ਥਾਂ ਆਖ ਦਿੱਤਾ ਕਿ ਉਹ ਉਜਾੜ ਦੇ ਵਿੱਚ ਰਹਿ ਰਿਹਾ ਹੈ। ਕਹਿੰਦੇ ਉਹ ਥਾਂ ਉਜਾੜ ਹੈ ਜਿੱਥੇ ਉਹ ਰਹਿ ਰਿਹਾ ਹੈ ਤੇ ਨਰਕ ਦੇ ਵਿੱਚ ਰਹਿਣ ਦੇ ਬਰਾਬਰ ਹੈ। ਤੇ ਕੋੜੀਆਂ ਵਾਲਾ ਉਹਦਾ ਜੀਵਨ ਹੈ, ਕਿਉਂਕਿ ਉਹਦੇ ਜੀਵਨ ਦੇ ਵਿੱਚ ਸੁੱਖ ਉਹ ਨਹੀਂ ਜੋ ਹੋਣਾ ਚਾਹੀਦਾ ਸੀ। ਜੋ ਰੱਬ ਜੀ ਵਾਲਾ ਸੁੱਖ ਹੈ, ਆਤਮਿਕ ਸੁੱਖ ਹੈ, ਉਸ ਨੂੰ ਹੀ ਅਸਲ ਸੁੱਖ ਬਾਣੀ ਨੇ ਮੰਨਿਆ ਹੈ ਤੇ ਵਾਰ-ਵਾਰ ਸਮਝਾਇਆ ਹੈ। ਪੌੜੀ, ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ। ਕਿ ਇਹ ਜੋ ਸੰਸਾਰ ਹੈ, ਕਹਿੰਦੇ ਮਹਾ ਭਿਆਨ ਉਦਿਆਨ, ਕਹਿੰਦੇ ਬੜਾ ਹੀ ਡਰਾਉਣਾ ਜੰਗਲ ਹੈ। ਦੁਨੀਆ ਦੇ ਵਿੱਚ ਕਈ ਪ੍ਰਕਾਰ ਦੇ ਡਰ ਹਨ। ਕਦੇ ਸਾਨੂੰ ਲੋਕਾਚਾਰੀ ਦਾ ਡਰ ਹੈ, ਕਦੇ ਸਾਨੂੰ ਆਪਣੇ ਮਾਇਆ ਦੇ ਜਾਣ ਦਾ ਡਰ ਹੁੰਦਾ ਹੈ ਕਿ ਗਵਾਚ ਨਾ ਜਾਵੇ, ਖਤਮ ਨਾ ਹੋ ਜਾਵੇ। ਘਰ ਦੇ ਵਿੱਚ ਸੋਨਾ ਆਦਿ ਹੁੰਦਾ, ਅਸੀਂ ਉਹਦੇ ਜਾਣ ਤੋਂ ਵੀ ਡਰਦੇ ਹਾਂ। ਚੋਰਿਆਂ ਦਾ ਡਰ ਹੈ, ਲੁਟੇਰਿਆਂ ਦਾ ਡਰ ਹੈ। ਕਿਹੜੇ ਕਿਹੜੇ ਡਰ ਅਸੀਂ ਗਿਣੀਏ?
ਤੇ ਫਿਰ ਅਸੀਂ ਲੋਕਾਚਾਰੀ ਸ਼ਰਮ ਦੀ ਗੱਲ ਦਾ ਅਸੀਂ ਆਮ ਹੀ ਕਰਦੇ ਹਾਂ ਕਿ ਉਹ ਸਾਨੂੰ ਡਰ ਹਰ ਵੇਲੇ ਹੋਆ ਬਣਿਆ ਰਹਿੰਦਾ ਕਿ ਅਸੀਂ ਜੇ ਇਹ ਨਾ ਕੀਤਾ ਲੋਕ ਕੀ ਕਹਿਣਗੇ, ਅਸੀਂ ਜੇ ਉਹ ਨਾ ਕੀਤਾ ਲੋਕ ਕੀ ਕਹਿਣਗੇ। ਪਤਾ ਨਹੀਂ ਕਿੰਨੇ ਕੁ ਡਰ ਪਾਲੀ ਫਿਰਦੇ ਹਾਂ। ਤੇ ਡਰ ਦੀ ਖਾਤਰ ਡਰ ਦੇ ਅਧੀਨ ਰਹਿੰਦੇ ਹੋਏ ਅਸੀਂ ਦੁਨਿਆਵੀ ਸੁੱਖ ਭਾਲਦੇ ਰਹਿੰਦੇ ਹਾਂ। ਤੇ ਇਹ ਕੀ ਹੈ, ਮਹਾਂ ਭਿਆਨ ਉਦਿਆਨ। ਇਹ ਕਹਿੰਦੇ ਬੜਾ ਹੀ ਡਰਾਉਣਾ, ਕਹਿੰਦੇ ਜੰਗਲ ਹੀ ਹੈ ਸਮਝ ਲਓ, ਕਹਿੰਦੇ ਇਹ ਨਗਰ। ਪਰ ਫਿਰ ਮੰਨਿਆ ਕੀ ਹੈ ਅਸੀਂ, ਕਹਿੰਦੇ ਮਨਮੁੱਖਾਂ ਨੇ। ਜੇ ਅਸੀਂ ਮਨਮੁੱਖਤਾਈ ਕਰ ਰਹੇ ਹਾਂ ਤਾਂ ਅਸੀਂ ਮਨਮੁੱਖ ਹਾਂ, ਤੇ ਉਹਨੂੰ ਅਸੀਂ ਨਗਰ ਮੰਨੀ ਬੈਠੇ ਹਾਂ, ਅਸੀਂ ਸ਼ਹਿਰ ਮੰਨੀ ਬੈਠੇ ਹਾਂ ਕਿ ਆਹ ਹੀ ਸ਼ਹਿਰ ਹੈ, ਪਰ ਹੈ ਜੰਗਲ। ਅਸੀਂ ਜੰਗਲ ਦੇ ਵਿੱਚ ਰਹੇ ਹਾਂ, ਪਰ ਸੁੱਖਾਂ ਨੂੰ ਅਸੀਂ ਕਹਿੰਦੇ ਸ਼ਹਿਰ ਬਣਾਇਆ ਹੋਇਆ ਹੈ। ਝੂਠ ਸਮੱਗਰੀ ਪੇਖ। ਜਿਵੇਂ ਸ਼ਹਿਰਾਂ ਦੇ ਵਿੱਚ ਕਹਿੰਦੇ ਬੜੀਆਂ ਹੀ ਸਮੱਗਰੀਆਂ ਦਿਖਾਈ ਦਿੰਦੀਆਂ ਹਨ, ਉਹ ਸੁੱਖ, ਉਹ ਚਮਕ ਦਮਕ, ਇੰਨੇ ਪ੍ਰਕਾਰ ਦੇ ਗਹਿਣੇ, ਕੱਪੜੇ, ਖਾਣ ਦੇ ਪਦਾਰਥ, ਕਹਿੰਦੇ ਝੂਠ ਸਮੱਗਰੀ। ਤਾਂ ਖਾਂਦੇ ਹਾਂ, ਖਾਧਾ ਹੋਏ ਸੁਆਹ ਪੀ ਖਾਣੇ ਸੁਣ ਦੋਸਤੀ। ਪਿਛਲਾ ਜਿਹੜਾ ਖਾਧਾ ਉਹ ਸਵਾਹ ਹੋ ਜਾਂਦਾ, ਫਿਰ ਅਸੀਂ ਹੋਰ ਖਾਣਾ ਲੱਭਦੇ ਹਾਂ ਕਿ ਹੋਰ ਖਾਣਾ ਬਣਾਉਣਾ। ਸਵੇਰ ਦਾ ਖਾਧਾ ਦੁਪਹਿਰੇ ਫਿਰ ਭੁੱਖ ਲੱਗੀ, ਸ਼ਾਮੀ ਫਿਰ ਲੱਗ ਗਈ, ਫਿਰ ਸਵਾਹ ਹੋ ਗਿਆ, ਅਗਲੇ ਦਿਨ ਫਿਰ ਆਏ ਚੱਕਰ ਹੀ ਚੱਲਦਾ ਰਹਿੰਦਾ। ਖਾਂਦੇ ਹਾਂ, ਬਣਾਉਂਦੇ ਹਾਂ, ਇਹਨਾਂ ਚੱਕਰਾਂ ਦੇ ਵਿੱਚ ਹੀ ਜ਼ਿੰਦਗੀ ਹੋਰ ਸਵਾਦ ਲੈਣ ਦੀ ਖਾਤਰ, ਹੋਰ ਪਾਉਣ ਦੀ ਖਾਤਰ, ਬਸ ਹੋਰ ਕਮਾਈ, ਫਿਰ ਮਾਇਆ ਦੇ ਵਿੱਚ ਰੁੱਝੇ ਰਹਿ ਜਾਂਦੇ ਹਾਂ। ਬਸ ਇਹੋ ਚੱਕਰ। ਤੇ ਕਮਾਈ ਨਾਮ ਦੀ ਕਰਨੀ ਸੀ, ਉਹਨੂੰ ਭੁੱਲ ਜਾਂਦੇ ਹਾਂ ਕਿਉਂਕਿ ਝੂਠ ਸਮੱਗਰੀ ਪੇਖ ਸੱਚ ਕਰ ਜਾਂਦੇ ਹਾਂ, ਉਹਨੂੰ ਅਸੀਂ ਸੱਚ ਸਮਝੀ ਬੈਠੇ ਹਾਂ। ਸੱਚ ਸਮਝੀ ਬੈਠੇ ਹਾਂ, ਝੂਠ ਸਮਝਦੇ ਹੀ ਨਹੀਂ ਕਿ ਝੂਠ ਹੈ। ਇਹ ਸਾਰਾ ਕੁਝ ਨਾਸ਼ਵੰਤ ਹੈ, ਸਾਹਮਣੇ ਦੇਖ ਰਹੇ ਹਾਂ ਕਿ ਜਾ ਰਹੇ ਹਨ ਲੋਕ। ਸਮਾਨ ਵੀ ਲਗਾਤਾਰ ਸਾਡਾ ਖਤਮ ਹੁੰਦਾ, ਹੋਰ ਬਣਾਉਂਦੇ ਹਾਂ, ਹੋਰ ਫਿਰ ਮਕਾਨ ਵੀ ਆਖਿਰ ਕਿੰਨੀ ਕੁ ਚਿਰ ਰਹਿੰਦੇ ਹਨ, 30-35 ਸਾਲ ਬਾਅਦ ਉਹਦੀ ਕਿਸੇ ਦੀ ਮਿਆਦ ਹੁੰਦੀ ਹੈ। ਹਰ ਇੱਕ ਚੀਜ਼ ਦੀ ਮਿਆਦ ਹੁੰਦੀ ਹੈ, ਹਰ ਇੱਕ ਚੀਜ਼ ਦੀ ਮਿਆਦ ਹੁੰਦੀ ਹੈ, ਤੇ ਉਹ ਸਮਾਂ ਆਉਣ 'ਤੇ ਖਤਮ ਹੋ ਜਾਂਦੀ ਹੈ। ਸਾਡੇ ਸਰੀਰਾਂ ਦੀ ਵੀ ਇਹੋ ਮਿਆਦ ਹੈ, ਜਦੋਂ ਸਮਾਂ ਆਉਂਦਾ ਤੇ ਅਸੀਂ ਖਤਮ ਹੋ ਜਾਵਾਂਗੇ। ਪਿਛਲੇ ਜਾ ਰਹੇ ਹਨ, ਅਗਲਿਆਂ ਨੇ ਵੀ, ਅਸੀਂ ਵੀ ਜਾਣਾ ਹੈ, ਆਉਣ ਵਾਲਿਆਂ ਨੇ ਵੀ ਆਉਣਾ ਹੈ, ਫਿਰ ਜਾਣਾ। ਇਹ ਚੱਕਰ ਚੱਲ ਰਿਹਾ ਹੈ, ਇਹ ਸਮਝ ਨਹੀਂ ਆਉਂਦੀ। ਅਸੀਂ ਸੱਚ ਕਰਕੇ ਜਾਣਦੇ ਨਹੀਂ, ਅਸੀਂ ਭੁੱਲ ਜਾਂਦੇ ਹਾਂ, ਵਾਰ-ਵਾਰ ਭੁੱਲਦੇ ਹਾਂ। ਕਾਮ ਕ੍ਰੋਧ ਅਹੰਕਾਰ ਫਿਰੈ ਦੀਵਾਨਿਆਂ। ਕਾਮ ਕ੍ਰੋਧ ਤੇ ਹੰਕਾਰ ਦੇ ਵਿੱਚ ਕਹਿੰਦੇ ਫਿਰਾਂ ਦੀਵਾਨਿਆਂ। ਅਸੀਂ ਇੰਨੇ ਕੁ ਦੀਵਾਨੇ ਹੋ ਕੇ, ਇੰਨੇ ਕੁ ਪਾਗਲ ਚੱਲੇ ਨਾ ਸਮਝ ਹੋ ਕੇ ਅਸੀਂ ਫਿਰਦੇ ਰਹਿੰਦੇ ਹਾਂ ਕਿ ਅਸੀਂ ਸਮਝਦੇ ਹੀ ਨਹੀਂ। ਅਸੀਂ ਕੀ ਕਰਦੇ ਹਾਂ ਕਿ ਗਵਾਂਢੀਆਂ ਦੇ ਘਰੇ ਕੋਈ ਚੀਜ਼ ਆ ਗਈ ਵੱਧ, ਤੇ ਅਸੀਂ ਕਹਿੰਦੇ ਹਾਂ ਕਿ ਸਾਡੇ ਘਰੇ ਕਿਉਂ ਨਹੀਂ ਆਈ। ਗੁਰੂ ਸਾਹਿਬ ਜੀ ਆਖਦੇ ਹਨ ਕਿ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ। ਕਿ ਜੋ ਪੜੋਸੀਆਂ ਦੇ, ਜੋ ਗਵਾਂਢੀਆਂ ਦੇ ਘਰ ਦੇ ਵਿੱਚ ਹੋਇਆ ਉਹ ਤੇਰੇ ਘਰੇ ਵੀ ਆਉਣਾ ਹੈ। ਜੇ ਕੱਲ ਉਹਦੇ ਘਰੇ ਕਲੇਸ਼, ਤੇਰੇ ਘਰੇ ਵੀ ਅੱਜ ਆਉਣਾ ਹੈ। ਜੇ ਉਹਦੇ ਘਰੇ ਸੁੱਖ, ਤੇ ਤੇਰੇ ਘਰੇ ਵੀ ਆਉਣਾ ਹੈ। ਤੇ ਕੀ ਚੰਗਾ ਹੋਵੇ ਤੂੰ ਉਹਨਾਂ ਦੀ ਸੁੱਖ ਮੰਗ, ਕਿ ਜੋ ਉਹਨਾਂ ਦੇ ਘਰੇ ਸੁੱਖ ਆਊਗਾ ਤੇਰੇ ਘਰੇ ਵੀ ਆ ਜਾਊਗਾ। ਕਿਉਂਕਿ ਪਾਰੋਸੀ ਕੇ ਜੋ ਹੁਆ ਤੂੰ, ਸਾਰਿਆਂ ਦੇ ਘਰੇ ਮੌਤ ਉਹਦੇ ਘਰੇ ਆਈ, ਮੌਤ ਤੇਰੇ ਘਰੇ ਵੀ ਆਉਣੀ ਹੈ। ਅਸੀਂ ਵੀ ਮਰਨਾ, ਉਹ ਵੀ ਮਰੂਗਾ, ਸਾਰਿਆਂ ਨੇ ਹੀ ਜਾਣਾ ਹੈ। ਤੇ ਗੁਰੂ ਸਾਹਿਬ ਜੀ ਨੇ ਇਤਿਹਾਸ ਦੇ ਵਿੱਚ ਸਾਨੂੰ ਇੰਨੀਆਂ ਸੋਹਣੀਆਂ ਸੋਹਣੀਆਂ ਉਦਾਹਰਨਾਂ ਦਿਖਾਈਆਂ, ਬਾਣੀ ਦੇ ਵਿੱਚ ਸਮਝਾਇਆ, ਇਤਿਹਾਸ ਦੇ ਵਿੱਚ ਸਮਝਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਜਦੋਂ ਹਨ, ਤੇ ਕਰਤਾਰਪੁਰ ਦੇ ਵਿੱਚ ਰਹਿੰਦੇ ਰਹਿੰਦੇ ਕਹਿੰਦੇ ਇਹ ਵਿਚਰਦੇ ਹਨ, ਥੋੜਾ ਥੋੜਾ ਘੁੰਮਦੇ ਹਨ ਸਿੱਖਾਂ ਨੂੰ ਨਾਲ ਲੈ ਕੇ। ਤੇ ਇੱਕ ਦਿਨ ਕੀ ਹੁੰਦਾ ਹੈ ਕਿ ਦੋ ਭਰਾ ਆਪਸ ਦੇ ਵਿੱਚ ਅਲੱਗ ਹੋਏ ਹਨ, ਵੱਡਾ ਤੇ ਛੋਟਾ ਦੋ ਹਨ। ਤੇ ਕਣਕ ਦੋਨਾਂ ਨੇ ਆਪਣੀ ਮਤਲਬ ਕਿ ਵੱਡੀ ਹੈ, ਇਕੱਠੀ ਕੀਤੀ ਹੈ, ਤੇ ਕਣਕ ਦੇ ਢੇਰ ਲੱਗੇ ਹੋਏ ਹਨ। ਕਣਕ ਦੇ ਢੇਰ ਲੱਗੇ ਹੋਏ ਹਨ, ਤੇ ਕੀ ਦੇਖਦੇ ਹਨ ਕਿ ਜੋ ਵੱਡਾ ਭਰਾ ਹੈ, ਇੱਕ ਵਾਰੀ ਜਦੋਂ ਲੰਘ ਰਹੇ ਹਨ ਸਾਹਮਣੇ, ਤੇ ਵੱਡਾ ਜੋ ਭਰਾ ਹੈ ਉਹ ਆਪਣੇ ਢੇਰ ਦੇ ਵਿੱਚੋਂ ਚੱਕ ਕੇ ਕਣਕ ਦੂਸਰੇ ਛੋਟੇ ਭਰਾ ਦੇ ਢੇਰ ਦੇ ਵਿੱਚ ਪਾ ਰਿਹਾ ਹੈ। ਫਿਰ ਜਦੋਂ ਵਾਪਸ ਆਏ ਤੇ ਕੀ ਦੇਖਦੇ ਹਨ ਕਿ ਵੱਡਾ ਭਰਾ ਆਪਦੇ ਘਰੇ ਜਾ ਚੁੱਕਿਆ ਹੈ, ਤੇ ਛੋਟਾ ਭਰਾ ਜੋ ਹੈ ਉਹ ਦੇਖਦਾ ਹੈ, ਉਹ ਆਪਣੇ ਭਰਾ ਦੇ ਢੇਰ ਦੇ ਵਿੱਚ ਆਪਣੀ ਕਣਕ ਚੱਕ ਕੇ ਪਾਉਣ ਲੱਗ ਜਾਂਦਾ ਹੈ। ਤਾਂ ਹੁਣ ਇੱਥੇ ਜੋ ਸਿੱਖ ਹਨ ਗੁਰੂ ਸਾਹਿਬ ਜੀ ਦੇ ਨਾਲ, ਤੇ ਪੁੱਛਦੇ ਹਨ ਕਿ ਇਹ ਕੀ ਕੌਤਕ ਹੈ, ਇਹ ਕੀ ਹੋਇਆ ਕਿ ਛੋਟਾ ਭਰਾ ਉਧਰ ਪਾ ਰਿਹਾ ਹੈ, ਵੱਡਾ ਉਧਰ ਪਾ ਰਿਹਾ ਹੈ। ਲੋਕੀ ਤਾਂ ਚੱਕਦੇ ਹਨ ਇੱਕ ਦੂਜੇ ਦੀ, ਇਹ ਆਪਣੀ ਢੇਰੀ ਦੇ ਵਿੱਚੋਂ ਦੂਜੇ ਢੇਰੀ ਵਿੱਚ ਪਾ ਰਹੇ ਹਨ। ਤਾਂ ਹੁਣ ਉਹਨਾਂ ਦੋਨਾਂ ਭਰਾਵਾਂ ਤੋਂ ਪੁੱਛਿਆ ਗਿਆ ਕਿ ਭਾਈ ਤੁਸੀਂ ਇਹ ਕਿਉਂ ਕਰ ਰਹੇ ਹੋ। ਤੇ ਵੱਡੇ ਭਰਾ ਨੇ ਆਖਿਆ ਕਿ ਮੇਰਾ ਜੋ ਭਰਾ ਛੋਟਾ ਹੈ, ਕਿਉਂਕਿ ਛੋਟਿਆਂ ਨੂੰ ਸਮਝ ਘੱਟ ਹੁੰਦੀ ਹੈ ਤੇ ਬਾਅਦ ਵਿੱਚ ਸਮਝ ਆਉਂਦੀ ਹੈ, ਉਮਰ ਦੇ ਨਾਲ ਹੌਲੀ ਹੌਲੀ ਸਮਝ ਆਉਂਦੀ ਹੈ।
ਤੇ ਹੁਣ ਵੱਡੇ ਦੀ ਸੋਚ ਇਹ ਹੈ ਕਿ ਛੋਟਾ ਭਰਾ ਨੂੰ ਸਮਝ ਨਹੀਂ, ਇਹਨੂੰ ਵਰਤਣਾ ਨਹੀਂ ਆਉਂਦਾ, ਇਸਦੀ ਘਰਵਾਲੀ ਨੂੰ ਵੀ ਵਰਤਣਾ ਨਹੀਂ ਆਉਂਦਾ, ਤੇ ਇਹ ਜਲਦੀ ਖਤਮ ਕਰ ਲੈਂਦੇ ਹਨ। ਤੇ ਇਸ ਕਰਕੇ ਮੈਂ ਸੋਚਦਾ ਹਾਂ ਕਿ ਇਹ ਜੇ ਇਹਨਾਂ ਕੋਲੇ ਵੱਧ ਹੋਊਗੀ ਤੇ ਕਹਿੰਦੇ ਇਹ ਆਪਣਾ ਸੌਖਾ ਗੁਜ਼ਾਰਾ ਕਰ ਲੈਣਗੇ। ਤੇ ਸਾਨੂੰ ਕੀ ਹੈ, ਸਾਨੂੰ ਚਲਾਉਣਾ ਆਉਂਦਾ ਹੈ ਘਰ, ਅਸੀਂ ਥੋੜੇ ਨਾਲ ਵੀ ਗੁਜ਼ਾਰਾ ਕਰ ਲਵਾਂਗੇ। ਸਾਨੂੰ ਬਰਕਤ ਪਾਣੀ ਤੇ ਸਾਨੂੰ ਤਰਕੀਬ ਆਉਂਦੀ ਹੈ ਕਿ ਕਿਸ ਤਰੀਕੇ ਨਾਲ ਚੱਲਿਆ ਜਾਵੇ। ਵੱਡਿਆਂ ਨੂੰ ਜੀਵਨ ਜਾਚ ਜ਼ਿਆਦਾ ਹੁੰਦੀ ਹੈ, ਉਮਰ ਦੇ ਹਿਸਾਬ ਦੇ ਨਾਲ ਫਰਕ ਹੁੰਦਾ, ਐਕਸਪੀਰੀਅੰਸ ਹੁੰਦਾ ਹਰ ਇੱਕ ਚੀਜ਼ ਦਾ। ਹੁਣ ਵੱਡੇ ਦੀ ਸੋਚ ਇਹ ਸੀ ਤੇ ਫਿਰ ਛੋਟੇ ਨੂੰ ਪੁੱਛਿਆ ਗਿਆ ਕਿ ਤੂੰ ਉਹਦੀ ਢੇਰੀ 'ਚ ਕਿਉਂ ਪਾ ਰਿਹਾ ਸੀ। ਤੇ ਹੁਣ ਛੋਟੇ ਦੀ ਸੋਚ ਕੀ ਸੀ ਕਿ ਛੋਟਾ ਕਹਿੰਦਾ ਕਿ ਮੇਰਾ ਜੋ ਵੱਡਾ ਭਰਾ ਹੈ ਉਹਦੇ ਘਰ ਦੇ ਵਿੱਚ ਕਹਿੰਦੇ ਸਾਰੇ ਰਿਸ਼ਤੇਦਾਰ ਵੱਡੇ ਕਰਕੇ ਉਹਦੇ ਘਰੇ ਆਉਂਦੇ ਹਨ ਜ਼ਿਆਦਾ, ਤੇ ਉਹ ਵੱਡੇ ਨੂੰ ਹੀ ਰਿਸ਼ਤੇਦਾਰੀ ਜ਼ਿਆਦਾ ਸਾਂਭਣ ਦਾ ਵੱਲ ਆਉਂਦਾ ਹੈ, ਸਾਰੇ ਉਹਦੇ ਘਰੇ ਆਉਂਦੇ ਹਨ, ਉਹ ਵੀ ਜ਼ਿਆਦਾ ਘਰਾਂ ਦੇ ਵਿੱਚ ਜਾਂਦਾ ਹੈ। ਮੈਨੂੰ ਸਮਝ ਘੱਟ ਹੈ ਤੇ ਮੈਂ ਮੇਰੇ ਘਰੇ ਜੋ ਵੀ ਆਉਂਦਾ ਥੋੜ੍ਹੀ ਦੇਰ ਵਾਸਤੇ ਆਉਂਦਾ, ਉਹਦੇ ਘਰੇ ਰਾਤ ਵੀ ਠਹਿਰਦਾ ਅਗਲਾ, ਤੇ ਕਹਿੰਦੇ ਜ਼ਿਆਦਾ ਪ੍ਰਾਹੁਣੇ ਉਹਦੇ ਘਰ ਆਉਂਦੇ ਹਨ, ਜਿੰਨੇ ਵੀ ਰਿਸ਼ਤੇਦਾਰ ਆਉਂਦੇ ਹਨ, ਤੇ ਉਹਦੇ ਘਰੇ ਜ਼ਿਆਦਾ ਲੋੜ ਹੁੰਦੀ ਹੈ। ਮੈਂ ਇਸ ਕਰਕੇ ਆਪਣੀ ਢੇਰੀ ਦੇ ਵਿੱਚ ਉਹਦੀ ਢੇਰੀ ਦੇ ਵਿੱਚ ਪਾ ਰਿਹਾ ਸਾਂ। ਤੇ ਗੁਰੂ ਸਾਹਿਬ ਜੀ ਨੇ ਇੱਥੇ ਸਾਨੂੰ ਇਹੋ ਸਮਝਾਇਆ ਹੈ ਕਿ ਅਸੀਂ ਕੀ ਕਰਦੇ ਹਾਂ ਕਿ ਅਸੀਂ ਪਾਰੋਸੀ ਕੇ ਜੋ ਹੁਆ। ਹੁਣ ਵੱਡੇ ਭਰਾ ਨੇ ਕਿਹਾ ਕਿ ਮੈਂ ਆਪਦੀ ਕਣਕ ਦੇ ਵਿੱਚੋਂ ਪਾ ਦੇਵਾਂ, ਤੇ ਛੋਟੇ ਨੇ ਫਿਰ ਉਹੀ ਸੋਚਿਆ, ਛੋਟੇ ਨੇ ਵੀ ਉਹੀ ਸੋਚਿਆ ਕਿ ਮੈਂ ਵੀ ਪਾ ਦੇਵਾਂ ਆਪਦੀ ਢੇਰੀ 'ਚੋਂ। ਤੇ ਅਸੀਂ ਕਹਾਂਗੇ ਜੇ ਕੱਢ ਲਈਏ ਤੇ ਫਿਰ ਅਗਲਾ ਵੀ ਕੱਢੂਗਾ। ਜੇ ਅਸੀਂ ਕਹੀਏ ਕਿ ਗਵਾਂਢੀਆਂ ਦੇ ਬੱਚੇ ਨੌਕਰੀ ਲੱਗ ਜਾਣ, ਅਸੀਂ ਕਹੀਏ ਕਿ ਗਵਾਂਢੀਆਂ ਦੇ ਬੱਚੇ ਸੁਖੀ ਵਸਣ, ਅਸੀਂ ਕਹੀਏ ਕਿ ਗਵਾਂਢੀ ਸੁਖੀ ਵਸਣ ਤੇ ਅਸੀਂ ਵੀ ਸੁਖੀ ਵਸਾਂਗੇ। ਅਸੀਂ ਸੋਚ ਨੂੰ ਬਦਲੀਏ। ਗਵਾਂਢੀ ਹੁੰਦੇ ਅਕਸਰ ਆਪਣੇ ਭੈਣ ਭਰਾ ਹੀ ਹੁੰਦੇ ਹਨ ਜ਼ਿਆਦਾਤਰ, ਤੇ ਗੁਰੂ ਮਹਾਰਾਜ ਕਰਨਗੇ ਸਾਨੂੰ ਇਹ ਜੀਵਨ ਜਾਚ, ਇਹ ਸੁਮੱਤ ਆ ਜਾਵੇ ਜੋ ਅਖੀਰ ਦੇ ਵਿੱਚ ਗੁਰੂ ਸਾਹਿਬ ਜੀ ਸਾਨੂੰ ਵਾਰ-ਵਾਰ ਸਮਝਾਉਂਦੇ ਹਨ ਕਿ ਸਿਰ ਲੱਗਾ ਜਮ ਡੰਡ। ਕਿ ਉਦੋਂ ਹੀ ਸਮਝਣਾ ਹੈ ਜਦੋਂ ਜਮਾਂ ਦਾ ਡੰਡਾ ਸਿਰ ਤੇ ਪਿਆ, ਤਾਂ ਪਛਤਾਨਿਆ। ਪਹਿਲਾਂ ਸਮਝ ਆ ਜਾਵੇ, ਪਹਿਲਾਂ ਜੀਵਨ ਜਾਚ ਆ ਜਾਵੇ, ਜੀਵਨ ਰਹਿੰਦਿਆਂ ਸਮਝ ਆ ਜਾਵੇ ਕਿ ਅਸੀਂ ਪ੍ਰਾਣੀ ਤੂੰ ਆਇਆ ਲਾਹਾ ਲੈਣ। ਪ੍ਰਾਣੀ ਨੂੰ ਕਿਹਾ ਸੀ, ਮਰਨ ਤੋਂ ਬਾਅਦ ਥੋੜ੍ਹੀ ਆਖਣਾ ਸੀ, ਮਰਨ ਤੋਂ ਬਾਅਦ ਕਿਹਨੇ ਸੁਣੀ ਹੈ ਗੱਲ। ਅਸੀਂ ਪ੍ਰਾਣੀ ਹਾਂ, ਜੀਵਨ ਸਾਡੇ ਅੰਦਰ ਜਿੰਦ ਚੱਲ ਰਹੀ ਹੈ, ਸਾਨੂੰ ਕਹਿ ਰਹੇ ਹਨ ਕਿ ਤੂੰ ਆਇਆ ਲਾਹਾ ਲੈਣ। ਮੈਨੂੰ ਵੀ ਤੂੰ ਹੀ ਕਹਿ ਰਹੇ ਹਨ, ਮੈਂ ਤਾਂ ਨਹੀਂ, ਮੈਂ ਮੁਕਾਬ ਬੋਲ ਰਹੀ ਹਾਂ, ਸਾਨੂੰ ਸਾਰਿਆਂ ਨੂੰ ਕਹਿ ਰਹੇ ਹਨ ਕਿ ਤੂੰ ਆਇਆ ਲਾਹਾ ਲੈਣ। ਲੱਗਾ ਕਿਤਕ ਫਕੜੇ ਸਭ ਮੁੱਕਦੀ ਚੱਲੀ ਰਹਿਣ। ਇਹ ਜ਼ਿੰਦਗੀ ਦੀ ਰਾਤ ਇਹ ਖਤਮ ਹੋ ਰਹੀ ਹੈ, ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਪਹਿਲਾਂ ਕੀ ਹੁੰਦਾ ਹੈ ਕਿ ਕਹਿੰਦੇ ਕਾਮ ਕ੍ਰੋਧ ਅਹੰਕਾਰ ਕਾਮਨਾਵਾਂ ਹਨ ਜੀਵਨ ਦੇ ਵਿੱਚ, ਇਹ ਪ੍ਰਾਪਤ ਕਰ ਲਈਏ, ਉਹ ਪ੍ਰਾਪਤ ਕਰ ਲਈਏ। ਕ੍ਰੋਧ ਦੇ ਅਧੀਨ ਕਹਿੰਦੇ ਲੋਕਾਂ ਦੇ ਉੱਤੇ ਕਹਿੰਦੇ ਇਹ ਜੋ ਕ੍ਰੋਧ ਹੈ ਇਹ ਕਲ ਮੂਲ ਕ੍ਰੋਧੰਗ, ਕਹਿੰਦੇ ਕਲ ਦਾ ਮੂਲ ਹੈ, ਕਹਿੰਦੇ ਕਲੇਸ਼ਾਂ ਦੀ ਜੜ ਹੈ, ਕਹਿੰਦੇ ਇਹਦੇ ਵਿੱਚ ਮਨੁੱਖ ਫਸਿਆ ਰਹਿੰਦਾ ਹੈ। ਹੰਕਾਰ ਦੇ ਵਿੱਚ ਸਦਾ ਮਸਤ ਰਹਿੰਦਾ ਹੈ ਕਿ ਮੈਂ ਪ੍ਰਾਪਤੀ ਕਰਨੀ ਹੈ, ਮੇਰਾ ਸਾਰਾ ਕੁਝ ਮੈਂ ਲੈ ਲਵਾਂ, ਮੇਰਾ ਇਹ ਮੇਰਾ ਉਹ, ਬਸ ਇਸੇ ਦੇ ਵਿੱਚ ਫਿਰਾਂ ਦੀਵਾਨਿਆਂ, ਕਹਿੰਦੇ ਝੱਲਾ ਹੋ ਕੇ ਨਾ ਸਮਝ ਹੋ ਕੇ ਫਿਰਦਾ ਰਹਿੰਦਾ ਹੈ ਮਨੁੱਖ। ਸੋ ਗੁਰੂ ਸਾਹਿਬ ਜੀ ਨੇ ਸਾਨੂੰ ਵਾਰ-ਵਾਰ ਬਾਣੀ ਦੇ ਵਿੱਚ, ਇਤਿਹਾਸ ਦੇ ਵਿੱਚ ਸਮਝਾਇਆ ਹੈ। ਤੇ ਫਿਰ ਕੀ ਕਿਹਾ, ਬਿਨ ਪੂਰੇ ਗੁਰਦੇਵ, ਕਿ ਜਿਨ੍ਹਾਂ ਦੇ ਜੀਵਨ ਦੇ ਵਿੱਚ ਪੂਰਾ ਗੁਰੂ ਨਹੀਂ, ਫਿਰੈ ਸ਼ੈਤਾਨਿਆਂ, ਉਹ ਸ਼ੈਤਾਨ ਹਨ। ਉਹਨਾਂ ਦੇ ਜੀਵਨ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਕਿ ਅਸੀਂ ਸ਼ੈਤਾਨ ਹਾਂ। ਅਸੀਂ ਰੱਬ ਨੂੰ ਭੁੱਲਦੇ ਹਾਂ ਕਿ ਸਾਡੇ ਕੋਲ ਪੂਰਾ ਗੁਰੂ ਨਹੀਂ ਹੈ। ਬਿਨ ਪੂਰੇ ਗੁਰਦੇਵ, ਜੋ ਇਹ ਅਵਸਥਾਵਾਂ ਦੱਸੀਆਂ ਹਨ ਕਿ ਜੋ ਜਿੰਨੇ ਦੁਨੀਆ ਚ ਰਹਿੰਦੇ ਹਨ ਕਹਿੰਦੇ ਉਹ ਸ਼ੈਤਾਨ ਹਨ ਤੇ ਉਹਨਾਂ ਕੋਲ ਪੂਰਾ ਗੁਰੂ ਨਹੀਂ। ਜੇ ਅਸੀਂ ਸਮਝਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀਂ ਸਿਰਫ ਮੱਥਾ ਟੇਕਣ ਹੀ ਆਉਂਦੇ ਹਾਂ, ਫਾਰਮੈਲਿਟੀ ਹੀ ਕਰਨ ਆਉਂਦੇ ਹਾਂ ਤੇ ਸਾਡੇ ਜੀਵਨ ਨਾ ਬਦਲਣ, ਤੇ ਜੇ ਅਸੀਂ ਸਮਝਦੇ ਹਾਂ ਕਿ ਅਸੀਂ ਮੱਥਾ ਸੱਚੀ ਟੇਕਦੇ ਹਾਂ, ਅਸੀਂ ਸੱਚੇ ਦਿਲੋਂ ਟੇਕਦੇ ਹਾਂ, ਅਸੀਂ ਮਨ ਕਰਕੇ ਟੇਕਦੇ ਹਾਂ, ਅਸੀਂ ਸ਼ੈਤਾਨ ਨਹੀਂ ਬਣਨਾ, ਅਸੀਂ ਨਿਰੰਕਾਰ ਦਾ ਰੂਪ ਹੋਣਾ ਹੈ, ਆਪਣੇ ਮੂਲ ਨੂੰ ਪਛਾਣਨਾ ਹੈ, ਸਾਨੂੰ ਇਹ ਜੀਵਨ ਜਾਚ ਆ ਜਾਵੇ। ਸਾਰੇ ਜਣੇ ਇੱਕ ਦੂਜੇ ਦੇ ਲਈ ਅਸੀਂ ਅਰਦਾਸ ਕਰਿਆ ਕਰੀਏ, ਆਪਣੇ ਦੇ ਲਈ ਵੀ ਕਰਦੇ ਹਾਂ, ਸਰਬਤ ਦੇ ਭਲੇ ਦੇ ਵਿੱਚ ਸਾਰਿਆਂ ਦੇ ਲਈ ਕਰਿਆ ਕਰੀਏ, ਤੇ ਸਰਬਤ ਦਾ ਭਲਾ ਮੰਗਦੇ ਹੋਏ ਅਸੀਂ ਸਾਰਿਆਂ ਦਾ ਸੁੱਖ ਮੰਗੀਏ, ਤੇ ਸਾਰਿਆਂ ਦੇ ਸੁੱਖ ਮੰਗਾਂਗੇ ਤੇ ਸਾਡਾ ਵਿੱਚ ਹੀ ਆ ਜਾਵੇਗਾ। ਸੋ ਅਸੀਂ ਸ਼ੈਤਾਨ ਨਹੀਂ ਬਣਨਾ, ਅਸੀਂ ਦਾਤਾਰ ਦੇ ਉਸ ਦਾਤੇ ਦਾ ਰੂਪ ਹੀ ਬਣਨਾ ਹੈ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਹੀ ਕਿਰਪਾ ਕਰਨ
ਕਿ ਉਹ ਸਾਨੂੰ ਉਹੋ ਜਿਹੀ ਜੀਵਨ ਜਾਚ ਦੇ ਦੇਣ ਜੋ ਜੀਵਨ ਜਾਚ ਹਰ ਰੋਜ਼ ਸਿਖਾਉਂਦੇ ਹਨ, ਤਾਂ ਕਿ ਸਾਡਾ ਦੁਨੀਆ ਦੇ ਵਿੱਚ ਆਇਆ ਜੋ ਜੀਵਨ ਹੈ ਕਹਿੰਦੇ ਹੀ ਮਿਲਿਆ ਸਫਲ ਹੋ ਸਕੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ।